नाजरीन की खिदमत में स्वीडन के कैपिटल स्टॉकहोम से आरिफ कसाना की जानब से सलाम पहुँचे। आज मेरे एक बहुत ही ख़ास मेहमान हैं जो बहुत दूर से आए हैं और इनका ताल्लुक़ जो है वो इंडियन पंजाब से है, इसलिए आज का ये व्लॉग जो है वो पंजाबी ज़बान में होगा। मेरे बड़े ख़ास परौने जिहड़े भारतीय पंजाब जिन्हों असी चढ़दा पंजाब कहने हैं उतों स्वीडन आए ने, स्वीडन पहली बारी आए ने और मैनू बड़ी खुशी हो रही है इन्हां नाल मिलदियां होइयां और इन्हां नाल असीं गलबात करांगे। इन्हां नूं पुछांगे पंजाब दे बारे च, इन्हां नूं पुछांगे इन्हां दे बचपन दे बारे च, इन्हां दी पूरी कह लो जिहड़ी जिंदगी उत्थे गुजरी है और उस तो बाद फिर स्वीडन आए ने और इटली गए ने। असीं इन्हां नूं ये भी पुछांगे कि इन्हां नूं स्वीडन किस तरह दा लगा, इटली किस तरह दा लगा। फिर असीं पंजाबी ज़ुबान दे बारे च गल करांगे। फिर ਜਿਹੜੇ पंजाबी साडे ਜਿਹੜੇ नौजवान ने उन्हां दे बारे च कि उन्हां नूं की मशवरा देणगे ਉਹ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਸਾਹਮਣੇ ਰੱਖਣ। ਤੇ ਅੱਜ ਦੀ ਗੱਲਬਾਤ ਬੜੀ ਹੀ ਖਾਸ ਹੈ, ਬਹੁਤ ਹੀ ਸਪੈਸ਼ਲ ਹੈ ਕਿਉਂਕਿ ਬੜੇ ਸਪੈਸ਼ਲ ਮੇਰੇ ਗੈਸਟ ਪ੍ਰਾਹੁਣੇ ਮਹਿਮਾਨ ਇੰਡੀਅਨ ਪੰਜਾਬ ਤੋਂ ਆਏ ਨੇ। ਜਨਾਬ ਬਖਸ਼ੀ ਸਿੰਘ ਸਾਹਿਬ, ਤੁਹਾਨੂੰ ਜਨਾਬ ਇੱਥੇ ਵੈਲਕਮ ਕਰਨਾ ਜੀ ਮੈਂ ਸਵੀਡਨ 'ਚ। हाँ जी, ਤੇ ਬਹੁਤ ਸ਼ੁਕਰੀਆ ਤੁਸੀਂ ਇਹ ਮੌਕਾ ਦਿੱਤਾ ਗੱਲਬਾਤ ਕਰਨ ਦਾ। हाँ जी। ਅੱਛਾ, ਪਹਿਲੇ ਮੈਨੂੰ ਇਹ ਦੱਸੋ ਕਿ ਤੁਸੀਂ ਪੰਜਾਬ ਕਿੱਥੇ ਰਹਿੰਦੇ ਹੋ, ਕਿਹੜਾ ਜ਼ਿਲ੍ਹਾ ਤੁਹਾਡਾ? पंजाब डिस्ट्रिक्ट रोपड़ चमकौर साहब का नीक पिंड शहदपुर। ਅੱਛਾ, ਚਮਕੌਰ ਸਾਹਿਬ। हाँ जी। ਅੱਛਾ, ਠੀਕ ਹੈ। ਤੇ ਤੁਹਾਨੂੰ ਯਾਦ ਹੈ ਤੁਹਾਡੀ ਪੈਦਾਇਸ਼ ਕਿਸ ਸਨ ਵਿੱਚ ਹੋਈ ਸੀ? साढ़े 8/9/56 का जन्म है जी। ਅੱਛਾ, 1956 ਚ। हाँ जी, 1956 तकरीबन 70 साल की उम्र हो चुकी है जी। 70 ਸਾਲ ਦੀ ਤੁਹਾਡੀ ਉਮਰ। ਦੇਖੋ ਜੀ, ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਇਹ ਸਿਰਫ ਇਹਨਾਂ ਦੀ 70 ਸਾਲ ਦੀ ਜ਼ਿੰਦਗੀ ਨਹੀਂ ਬਲਕਿ 70 ਸਾਲ ਦਾ ਜਿਹੜਾ ਚੜ੍ਹਦਾ ਪੰਜਾਬ ਹੈ, ਇੰਡੀਅਨ ਪੰਜਾਬ ਹੈ, ਇਹ ਉਹਦੀ ਗੱਲਬਾਤ ਵੀ ਹੋਏਗੀ। ਤੁਸੀਂ ਇਹ ਦੱਸੋ ਕਿ ਜਿਹੜਾ ਤੁਹਾਡਾ ਬਚਪਨ ਸੀ ਉਹ ਕਿਸ ਤਰ੍ਹਾਂ ਦਾ ਗੁਜ਼ਰਿਆ ਉਸ ਜ਼ਮਾਨੇ 'ਚ? ਜਿਹੜਾ ਬਚਪਨ ਸੀਗਾ ਜੀ ਸਾਡਾ ਬਹੁਤ ਹਾਰਡ ਸੀਗਾ। ਮਿਹਨਤ ਕੀਤੀ ਤੇ ਮੈਂ 10 ਕਲਾਸਾਂ ਕੀਤੀਆਂ। 10 ਕਲਾਸਾਂ ਕੀਤੀ ਆ ਜੀ। ਜਿਹੜਾ ਬਚਪਨ ਸੀਗਾ ਜੀ ਉਹ ਬਹੁਤ ਮਿਹਨਤੀ ਸੀਗਾ, ਬਹੁਤ ਹਾਰਡ ਕੰਮ ਕਰਦੇ ਸੀਗੇ, ਲੇਕਿਨ ਅੱਜ ਕੱਲ੍ਹ ਦੇ ਬੱਚੇ ਨਹੀਂ ਕਰ ਸਕਦੇ। ਤੇ ਤੁਸੀਂ ਬਚਪਨ 'ਚ ਕਿਹੜੀਆਂ ਗੇਮਾਂ ਜਿਹੜੀਆਂ ਨਾ ਖੇਲਦੇ, ਜਿਸ ਤਰ੍ਹਾਂ ਪੰਜਾਬ 'ਚ ਕੌਡੀ ਹੋ ਗਈ, ਕੁਸ਼ਤੀ ਹੋ ਗਈ, ਗੁੱਲੀ ਡੰਡਾ, ਕੀ ਖੇਡਦੇ ਸੋ? ਮੈਂ ਸਿਰਫ ਕਬੱਡੀ ਤੇ ਰੇਸ ਦਾ ਕੰਮ ਕਰਦਾ ਸੀ। ਕਬੱਡੀ ਦੇ? ਕਬੱਡੀ ਤੇ ਰੇਸ। ਅੱਛਾ, ਇਹ ਦੋ ਤੁਸੀਂ ਗੇਮਾਂ ਕਰਦੇ ਸੀ? ਚੀਜ਼ਾਂ। ਅੱਛਾ, ਇਸ ਵੇਸ ਤੇ ਹੀ ਮੈਂ ਭਰਤੀ ਹੋਇਆ ਸੀ ਆਰਮੀ 'ਚ। ਅੱਛਾ, ਆਰਮੀ 'ਚ ਭਰਤੀ ਹੋਏ ਸੀ, ਇੰਡੀਅਨ ਆਰਮੀ 'ਚ? ਹਾਂਜੀ। ਅੱਛਾ, ਯਾਨੀ ਮੈਟ੍ਰਿਕ ਕਰਕੇ ਤੁਸੀਂ ਆਰਮੀ ਚਲੇ ਗਏ? ਆਰਮੀ ਚਲੇ ਗਿਆ ਜੀ ਮੈਂ 17.5 ਸਾਲ ਦਾ ਜੀ। 17.5 ਸਾਲ ਉਮਰ? ਹਾਂਜੀ। ਅੱਛਾ, ਵਾਹ। ਜਦੋਂ ਭਰਤੀ ਹੋ ਕੇ ਗਿਆ 17 ਸਾਲ 10 ਮਹੀਨੇ ਉਮਰ ਸੀਗੀ ਮੇਰੀ। ਇਹ ਕਿਸ ਸੰਨ 'ਚ ਭਰਤੀ ਹੋਏ, ਕੋਈ ਯਾਦ ਹੈ ਤੁਹਾਨੂੰ? ਮੈਂ 74 'ਚ ਭਰਤੀ ਹੋਇਆ ਸੀਗਾ ਜੀ। 1974 'ਚ? ਕਿਹੜੀ ਜਗ੍ਹਾ ਰਹੇ ਹੋ ਤੁਸੀਂ? ਮੈਂ ਸ੍ਰੀਨਗਰ ਰਿਹਾ ਜੀ, ਬਾਰਾਮੂਲਾ, ਪੁੰਛ, ਰਜੌਰੀ ਤੇ ਰਾਜਸਥਾਨ ਏਰੀਆ, ਜੈਸਲਮੇਰ ਏਰੀਆ। ਅੱਛਾ, ਵਾਹ ਜੀ ਵਾਹ, ਜ਼ਬਰ। ਇਹ ਮਤਲਬ ਤੁਸੀਂ ਨੌਕਰੀ ਦੇ ਨਾਲ ਬਹੁਤ ਸਾਰੇ ਇਲਾਕੇ ਵੀ ਸਾਰੇ ਤੱਕੇ? ਹਾਂਜੀ। ਠੀਕ ਹੈ। ਚਾਈਨਾ ਦਾ ਬਾਰਡਰ, ਬੰਡੀਲਾ ਏਰੀਆ। ਅੱਛਾ, ਵਾਹ। ਸਾਰੇ ਬਰਮਾ ਏਰੀਆ, ਬਰਮਾ ਦੇ ਏਰੀਆ ਚਾਈਨਾ ਨਾਲ ਬਰਮਾ ਲੱਗ ਜਾਂਦਾ ਹੈ। ਤੇ ਕੈਸੀ ਸੀ ਨੌਕਰੀ, ਕੈਸਾ ਯਾਦ ਕਰਦੇ ਹੋ ਹੁਣ ਵੀ ਉਸ ਜ਼ਮਾਨੇ ਨੂੰ? ਤਦ ਕਰਕੇ ਮੈਂ 17.5 ਸਾਲ ਕਰਕੇ ਵਲੰਟੀਅਰ ਪੈਨਸ਼ਨ ਲੈ ਲਈ ਸੀਗੀ। ਅੱਛਾ, ਤੇ ਉਸ ਤੋਂ ਬਾਅਦ ਫਿਰ ਕੀ ਕੀਤਾ ਤੁਸੀਂ? ਉਸ ਤੋਂ ਬਾਅਦ ਫਿਰ ਕਸਟਮ ਦੇ ਵਿੱਚ ਭਰਤੀ ਸੀਗੀ ਚੰਡੀਗੜ੍ਹ। ਅੱਛਾ, ਚੰਡੀਗੜ੍ਹ ਭਰਤੀ ਹੋਇਆ ਦੁਬਾਰਾ। ਇੰਡੀਅਨ ਕਸਟਮਸ 'ਚ ਤੁਸੀਂ ਆ ਗਏ? ਹਾਂਜੀ, ਇੰਡੀਅਨ ਕਸਟਮ ਦੇ ਵਿੱਚ ਲਾਏ 24 ਸਾਲ। ਤੇ 24 ਸਾਲ ਤੁਸੀਂ ਕਸਟਮ 'ਚ ਕੰਮ ਕੀਤਾ? ਹਾਂਜੀ। ਵਾਹ, ਜ਼ਬਰਦਸਤ ਜਨਾਬ। ਕਿ ਯਾਨੀ ਤੁਸੀਂ 2 ਸਰਵਿਸਿਜ਼ 'ਚ ਤੇ ਕਸਟਮ 'ਚ ਕਿਹੜੀ ਜਗ੍ਹਾ ਤੁਸੀਂ ਰਹੇ? ਉਦੋਂ ਪਹਿਲੀ ਪੋਸਟਿੰਗ ਮੇਰੀ ਸ੍ਰੀਨਗਰ ਦੀ ਸੀ। ਅੱਛਾ, ਉਹ ਵੀ ਸ੍ਰੀਨਗਰ ਹੋ ਗਈ ਤੁਹਾਡੀ? ਸ੍ਰੀਨਗਰ। ਅੱਛਾ। ਇਹਦਾ ਕਸਟਮਦਾਰ ਇਹਦਾ ਸਿਰਫ ਫੌਜ ਨਾਲ ਕੰਮ ਮਿਲਦਾ ਜੁਲਦਾ ਹੀ ਆ। ਹਜ਼ਾਰੇ ਮਤਲਬ ਉਸ ਫੋਰਸਿਸ 3 ਸਾਲ ਉੱਥੇ ਲਾਏ ਕਸਟਮ ਆਪਣੇ ਸ੍ਰੀਨਗਰ ਪਹੁੰਚ ਕੇ ਰਜੌਰੀ। ਅੱਛਾ, ਵਾਹ। ਉਹਦੇ ਬਾਅਦ ਫਿਰ ਹੈੱਡਕੁਆਟਰ ਚੰਡੀਗੜ੍ਹ ਆਇਆ। ਅੱਛਾ, ਸ੍ਰੀਨਗਰ ਦੀ ਤੁਸੀਂ ਗੱਲ ਕੀਤੀ ਹੈ ਪਹਿਲੇ ਵੀ। ਸ੍ਰੀਨਗਰ ਕਿਸ ਤਰ੍ਹਾਂ ਦਾ ਸ਼ਹਿਰ ਹੈ? ਜ਼ਰਾ ਮੈਂ ਤਾਂ ਨਹੀਂ ਦੇਖਿਆ, ਤੁਸੀਂ ਦੱਸੋ ਜ਼ਰਾ। ਬਹੁਤ ਵਧੀਆ ਰਹਾਇਸ਼, ਬਹੁਤ ਵਧੀਆ ਮੇਲ ਜੋਲ ਰੱਖਦੇ, ਪ੍ਰੇਮ ਪਿਆਰ ਨਾਲ ਰਹਿੰਦੇ ਸੀ। ਉਹ ਕਹਿੰਦੇ ਜਿਹੜੀ ਉਹ ਝੀਲ ਹੈ, ਡਲ ਝੀਲ, ਕਹਿੰਦੇ ਬੜੀ ਖੂਬਸੂਰਤ ਹੈ, ਜਿਹੜੀ ਉਹ 'ਚ ਹਾਊਸ ਬੋਟ ਚੱਲਦੀਆਂ ਨੇ ਕਹਿੰਦੇ। ਹਾਂਜੀ ਹਾਂ, ਕਹਿੰਦੇ ਬੜਾ ਖੂਬਸੂਰਤ ਹੁੰਦੀਆਂ ਨੇ। ਹਾਂ ਜੀ। ਔਰ ਫਿਰ ਉਹ ਵਧੀਆ ਏਰੀਆ ਦਾ, ਉੱਥੇ ਮੈਨੂੰ ਪਤਾ ਹੀ ਲੱਗਾ 3 ਸਾਲਾਂ ਦਾ। ਉਹ ਕਹਿੰਦੇ ਜਿਹੜੇ ਜ਼ਾਫਰਾਨ ਦੇ ਜਦੋਂ ਫੁੱਲ ਖਿਲਦੇ ਨੇ ਬੜਾ ਖੂਬਸੂਰਤ ਆਣੇ ਜਾਣੇ ਦੀ ਦਿੱਕਤ ਸੀਗੀ, ਘਰ ਤੋਂ ਆਉਣਾ ਤੇ ਜਾਣਾ। ਅੱਛਾ, ਬਾਕੀ ਕੋਈ ਪ੍ਰੋਬਲਮ ਨਹੀਂ ਸੀਗੀ। ਅੱਛਾ, ਮੇਰੇ ਜਿਹੜੇ ਖਾਨਦਾਨ ਦੇ ਸਨ, ਦਾਦੀ ਦਾਦਾ, ਨਾਨੀ ਨਾਨਾ, ਉਹ
ਜੰਮੂ ਤੋਂ ਆਏ ਸਨ ਪਾਕਿਸਤਾਨ ਵਾਲੇ ਪਾਸੇ, ਤੇ ਜੰਮੂ ਸ਼ਹਿਰ ਕਿਸ ਤਰ੍ਹਾਂ ਦਾ ਹੈ? ਜੰਮੂ ਸ਼ਹਿਰ 'ਚ ਉੱਥੇ ਜੰਮੂ ਵੀ ਸਾਡਾ ਹੈੱਡਕੁਆਟਰ ਸੀਗਾ ਜੀ। ਤੇ ਜੰਮੂ ਸ਼ਹਿਰ ਦੇ ਬਾਰੇ 'ਚ ਮੈਂ ਪੁੱਛਣਾ ਚਾਹੁੰਦਾ, ਉਹ ਕਿਸ ਤਰ੍ਹਾਂ ਦਾ ਸ਼ਹਿਰ ਹੈ? ਬਹੁਤ ਵਧੀਆ ਸ਼ਹਿਰ ਸੀ ਜੀ। ਅੱਛਾ, ਉਹ ਇਸ ਤਰ੍ਹਾਂ ਬੋਲੀ ਬੜੀ ਪਿਆਰੀ ਉਹਨਾਂ ਲੋਕਾਂ ਦੀ। ਇਹਦਾ ਮਤਲਬ ਕਿ 24 ਸਾਲ ਤੁਸੀਂ ਜਿਹੜੀ ਇਹਨਾਂ ਕਸਟਮਸ ਦੀ ਨੌਕਰੀ ਕੀਤੀ। ਹਾਂਜੀ। ਅੱਛਾ, ਹੁਣ ਇਹ ਤੁਸੀਂ ਦੱਸੋ ਕਿ ਪੰਜਾਬ ਜਿਹੜਾ ਹੈ ਇਹ ਇੱਕ ਬੜਾ ਜ਼ਰਖੇਜ਼ ਔਰ ਬਹੁਤ ਜ਼ਿਆਦਾ ਮਤਲਬ ਜਿਹੜਾ ਨਾ ਪੰਜਾਬ ਦੇ ਪੈਦਾਵਾਰ ਵੀ ਹੈ ਸਾਰੀ, ਲੇਕਿਨ ਪੰਜਾਬ ਦਾ ਜਿਹੜੇ ਨੌਜਵਾਨ ਨੇ ਇਹ ਮੈਂ ਦੇਖਿਆ ਪੂਰੀ ਦੁਨੀਆ 'ਚ ਨੇ, ਕੈਨੇਡਾ 'ਚ ਵੀ ਨੇ, ਇੰਗਲੈਂਡ 'ਚ ਵੀ ਨੇ, ਸਵੀਡਨ ਵੀ, ਯੂਰਪ ਵੀ। ਪੰਜਾਬ ਦਾ ਨੌਜਵਾਨ ਕਿਉਂ ਉੱਥੋਂ ਬਾਹਰ ਨਿਕਲਦਾ? ਪੰਜਾਬ ਦੇ ਲੋਕ ਇਸ ਕਰਕੇ ਜਾ ਰਹੇ ਜੀ, ਪੜ੍ਹੇ ਲਿਖੇ ਲੋਕ ਬਹੁਤ ਆ ਪਰ ਰੁਜ਼ਗਾਰ ਹੈ ਨਹੀਂ। ਰੋਜ਼ਗਾਰ ਦਾ ਮਸਲਾ ਹੈ, ਕੰਮਕਾਰ ਨਹੀਂ ਹੈਗਾ ਉੱਥੇ, ਕਿ ਨੌਕਰੀਆਂ ਗੌਰਮੈਂਟ ਨੇ ਗਾਹਾਂ ਬੰਦ ਕਰਤੀਆਂ। ਜੇ ਹੈ ਨੌਕਰੀ ਪ੍ਰਾਈਵੇਟ ਆ, ਉਹ 8 ਜਾਂ 10,000 ਰੁਪਏ ਮਹੀਨੇ ਦਾ ਦਿੰਦੇ ਨੇ, ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਬਿਲਕੁਲ, ਇਹ ਇੱਕ ਸਭ ਤੋਂ ਵੱਡੀ ਚੀਜ਼ ਹੈ। ਸਾਡੇ ਚਮਕੌਰ ਸਾਹਿਬ ਦੇ ਨਜ਼ਦੀਕ ਰਹਿਸ਼ਾਈ ਸਾਡੀ ਪਿੰਡ ਆ ਜਿਹੜਾ, ਉੱਥੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਹੋਰ ਵੀ ਪੁਰਾਣੀ ਹਿਸਟਰੀ ਚੱਲ ਰਹੀ ਹੈ ਉੱਥੇ ਦੀ, ਅਤੇ ਅਸੀਂ ਜ਼ਿਆਦਾ ਉੱਥੇ ਹੀ ਜ਼ਿਆਦਾ ਆਉਂਦੇ ਜਾਣੀ ਹੈ ਸਾਡੀ। ਅਤੇ ਉਸ ਤੋਂ ਅੱਗੇ 30 ਕਿਲੋਮੀਟਰ ਦੇ ਅਨੰਦਪੁਰ ਸਾਹਿਬ ਜਾਂ ਉੱਥੇ ਆਉਣੀ ਜਾਣੀ ਆ। ਅੱਛਾ, ਇਸ ਤੋਂ ਬਾਅਦ ਤੁਸੀਂ ਇਹ ਆਪਣਾ ਇਹ ਦੱਸੋਗੇ ਕਿ ਆਪਣਾ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਜਿਹੜਾ ਪੰਜਾਬ ਹੈ, ਹਾਂਜੀ, ਉੱਥੇ ਬਹੁਤ ਸਾਰੇ ਜਗ੍ਹਾ ਨੇ ਸਿੱਖ ਧਰਮ ਦੀਆਂ ਮੁਕੱਦਸ ਜਗ੍ਹਾ। ਤੁਹਾਡਾ ਦਿਲ ਕਰਦਾ ਪਾਕਿਸਤਾਨ ਜਾਣ 'ਤੇ? ਪਾਕਿਸਤਾਨ ਦੇਖੋ, ਜਦੋਂ ਮਾਲਕ ਦਾ ਹੁਕਮ ਹੋਵੇ ਉਹ ਜਾ ਵੀ ਸਕਦੇ ਆ, ਗਰੰਟੀ ਨਹੀਂ। ਲੇਕਿਨ ਤੁਹਾਡਾ ਦਿਲ ਕਰਦਾ ਜਾਣ ਦੇ? ਨਹੀਂ, ਜੇ ਉਹ ਮਾਲਕ ਭੇਜੂਗਾ ਜਾਵਾਂਗੇ ਪੱਕਾ, ਜੇ ਉਹਦਾ ਹੁਕਮ ਹੋਇਆ ਤਾਂ। ਉਹਦਾ ਹੁਕਮ ਬਿਨਾਂ ਪਤਾ ਨਹੀਂ ਚੱਲਣਾ। ਜ਼ਾਹਿਰ ਹੈ। ਤੇ ਉੱਥੇ ਕਿਹੜੀਆਂ ਜਗ੍ਹਾ ਜਾਣਾ ਚਾਹੋਗੇ? ਨਨਕਾਣਾ ਸਾਹਿਬ ਹੈ। ਨਨਕਾਣਾ ਸਾਹਿਬ ਜਾਓਗੇ? ਸਾਹਿਬ ਦਾ। ਔਰ ਉਹ ਮੈਂ ਹੈ ਦੂਸਰਾ ਲੋਕ ਕਰਤਾਰ ਸਾਹਿਬ ਵੀ ਬਹੁਤ ਜਾਂਦੇ ਨੇ। ਹਾਂ, ਦਰਬਾਰ ਸਾਹਿਬ ਅੰਬਰ ਸਾਹਿਬ ਜਾਈਦਾ, ਜਾਂ ਕਦੇ ਉੱਥੇ ਜਾਂ ਡਿਊਟੀ ਸੀਗੀ ਬਾਰਡਰ 'ਤੇ, ਉੱਥੇ ਆਈ ਜਾਈਦਾ ਸੀਗਾ। ਅੱਛਾ। ਹਾਂਜੀ, ਬਾਕੀ ਜਿੰਨੇ ਵੀ ਧਰਮ, ਗੁਰਦੁਆਰਾ, ਮੰਦਿਰ, ਮਸੀਤ ਜੀ, ਉਹ ਸਭ ਦਾ ਸਤਿਕਾਰ ਕਰਦੇ ਆ ਜ਼ਿਆਦਾ ਤੋਂ ਜ਼ਿਆਦਾ। ਹਾਂ, ਇਹ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸਾਂ ਕਿ ਜਿਹੜਾ ਆਪਣਾ ਤੁਹਾਡਾ ਭਾਰਤੀ ਪੰਜਾਬ ਹੈ, ਜਦੋਂ 1947 'ਚ 2 ਮੁਲਕ ਬਣੇ ਤਾਂ ਬਹੁਤ ਜ਼ਾਹਿਰ ਉੱਥੇ ਜਿਹੜੇ ਮੁਸਲਮਾਨ ਸਨ ਉਹ ਸਾਰੇ ਜ਼ਿਆਦਾਤਰ ਉਹ ਆ ਗਏ ਪਾਕਿਸਤਾਨ। ਇਸ ਵਕਤ ਜਿਹੜਾ ਤੁਹਾਡਾ ਪੰਜਾਬ ਹੈ ਉੱਥੇ ਕੁਝ ਮੁਸਲਮਾਨ ਹੈ ਨੇ ਪੰਜਾਬੀ ਜਿਹੜੇ ਅਜੇ ਵੀ ਰਹਿ ਰਹੇ ਨੇ? ਹਾਂਜੀ, ਕਿੰਨੇ ਕੁ ਘਰ ਨੇ? ਸਾਡੇ ਲਾਗੇ ਮਲੇਰਕੋਟਲਾ ਹੈ ਜੀ। ਅੱਛਾ। ਮਲੇਰਕੋਟਲਾ ਉੱਥੇ ਤਕਰੀਬਨ 50% ਮੁਸਲਮਾਨ ਨੇ। 50% ਮੁਸਲਮਾਨ? ਅੱਛਾ। ਔਰ ਸਾਡੇ ਘਰ ਦੇ ਵਿੱਚ ਦਰਬਾਰ ਵੀ ਹੈ, ਹਜ਼ਰਤ ਜਨਾਬ ਗੌਸ ਪਾਕ ਦਾ। ਅੱਛਾ। 11ਵੀਂ ਵਾਲੀ ਸਰਕਾਰ ਦਾ ਦਰਬਾਰ ਆ ਸਾਡੇ ਘਰ। तो ਉੱਥੇ ਮੁਸਲਮਾਨ ਹੈ ਨੇ? ਮੁਸਲਮਾਨ ਹੈ ਘੱਟ ਨੇ। तो दरबार की कौन करता देखभाल? ਅਸੀਂ ਖੁਦ ਕਰ ਰਹੇ ਹਾਂ। अच्छा, उस दरबार की देखभाल तुसी करदे हो? खुद कर रहे हैं। अच्छा, ਇਹ ਬੜੀ ਇੰਟਰਸਟਿੰਗ ਗੱਲ ਤੁਸੀਂ ਦੱਸੀ ਹੈ। ਇਹ ਜਿਹੜੀ ਸਾਰੀ ਦੇਣ ਆ ਉਹ ਮਾਲਕ ਉਹਨਾਂ ਦੀ ਉਹ ਦੇਣ ਆ। ਅੱਛਾ, ਇਹ ਇਸ ਤਰ੍ਹਾਂ ਜਿਹੜੇ ਬਹੁਤ ਸਾਰੇ ਉਹਨਾਂ ਪਿੰਡਾਂ 'ਚੋਂ ਮੁਸਲਮਾਨ ਚਲੇ ਗਏ, ਲੇਕਿਨ ਉੱਥੇ ਜਿਹੜੇ ਬਜ਼ੁਰਗਾਂ ਦੇ ਦਰਬਾਰ ਸਨ ਉਹ ਤੇ ਉੱਥੇ ਹੀ ਰਹੇ। ਹੁਣ ਉਹ ਦਰਬਾਰਾਂ ਨੂੰ ਲੋਕ ਦੇਖਭਾਲ ਕਰਦੇ ਨੇ ਜਾਂ ਖਰਾਬ ਕਰ ਛੱਡੇ? ਹਾਂਜੀ, ਦੇਖਭਾਲ ਹੁੰਦੀ ਉਹਨਾਂ ਦੀ? ਦੇਖਭਾਲ ਵੀ ਕਰਦੇ ਆ, ਬਾਕੀ ਸਲਾਮ ਵੀ ਕਰਦੇ ਨੇ, ਆਉਂਦੇ ਜਾਂਦੇ ਨੇ। ਯਾਨੀ ਲੋਕ ਅਜੇ ਵੀ ਇਤਰਾਮ ਕਰਦੇ ਨੇ? ਹਾਂ, ਲੇਕਿਨ ਸਿਰਫ ਇੱਕ ਹੈ ਕਿ ਜਿਹੜੀ ਪੁਰਾਣੀ ਹਿਸਟਰੀ, ਲੜਾਈ ਝਗੜੇ ਹੋਏ, ਹਾਂ, ਜੋ ਵੀ ਹੋਇਆ, ਜੀ ਜੀ, ਠੀਕ ਨਹੀਂ ਜੀ ਜੀ, ਲੇਕਿਨ ਜਿਹੜੇ ਧਰਮਾਂ ਦੇ ਹਿਸਾਬ ਅਨੁਸਾਰ ਇੱਦਾਂ ਉਸੇ ਤਰ੍ਹਾਂ ਉਹਨਾਂ ਸਾਰਿਆਂ ਨੂੰ ਇੰਜੇ ਇਤਰਾਮ ਕਰਦੇ। ਹਾਂ, ਇਹਦੇ ਵਿੱਚ ਕੋਈ ਫਰਕ ਨਹੀਂ। ਇਹਦੇ 'ਚ ਕੋਈ ਫਰਕ ਨਹੀਂ। ਬਹੁਤ ਅੱਛਾ ਜੀ। ਵੇ ਤੇ ਵਾਕਈ ਇਹ ਹੋਣਾ ਹੀ ਚਾਹੀਦਾ ਕਿ ਦੂਸਰੇ ਦੀਨ ਔਰ ਧਰਮ ਦਾ ਇਤਰਾਮ। ਔਰ ਮੈਨੂੰ ਬੜੀ ਇਹ ਖੁਸ਼ੀ ਹੋਈ ਹੈ ਸੁਣ ਕੇ ਕਿ ਤੁਸੀਂ ਉੱਥੇ ਦੱਸਿਆ ਕਿ ਉਹਦਾ ਦਰਗਾਹ ਹੈ, ਉਹਦੇ ਤੁਸੀਂ ਨਿਗਰਾਨ ਹੋ। ਔਰ ਬਲਕਿ ਮੈਨੂੰ ਪਤਾ ਚੱਲਿਆ ਤੁਸੀਂ ਕੋਈ ਮਸਜਿਦ ਵੀ ਉੱਥੇ ਸ਼ਾਇਦ ਤੁਸੀਂ ਲੋਕਾਂ ਨੇ ਬਣਾਈ, ਜਿਹੜੇ ਮੁਸਲਮਾਨ ਮੁਸਾਫਰ ਹੋਣ ਉਹ ਨਮਾਜ਼ ਪੜ੍ਹ ਸਕਣ। ਇਹ ਸਾਡੇ ਇਸ ਤਰ੍ਹਾਂ ਸੀਗਾ ਜੀ, ਸਾਡੇ ਜਿੰਨਾ ਕੁ ਸਾਨੂੰ ਪਤਾ, ਸਾਡੇ ਜਿਹੜੇ ਦਾਦੇ ਪੜਦਾਦੇ ਸੀਗੇ ਇਹ ਉਹਨਾਂ ਤੋਂ ਲੈ ਕੇ ਚੱਲ ਰਹੀ, ਅਸੀਂ ਪਤਾ ਵੀ ਕੀਤਾ। ਅੱਛਾ। ਤੇ 5-6 ਪੀੜ੍ਹੀਆਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਸਾਡੇ ਘਰ ਜੋਤ ਚੱਲਦੀ ਸੀਗੀ ਇਹਨਾਂ ਦੀ। ਅੱਛਾ ਅੱਛਾ ਅੱਛਾ, ਸ਼ੁਰੂ ਤੋਂ ਤੁਸੀਂ ਇਸ ਚੀਜ਼ ਦੇ ਚੱਲ ਰਹੇ ਆ। ਹੁਣ ਇਹ ਨਹੀਂ ਪਤਾ, ਇਹ ਮੇਰਾ ਖਿਆਲ ਹੈ ਪਾਕਿਸਤਾਨ, ਜਿਹੜੇ ਸਾਡੇ ਬਜ਼ੁਰਗ ਸੀਗੇ ਇਹ ਪਾਕਿਸਤਾਨ ਤੋਂ ਆਏ ਸੀਗੇ। ਅੱਛਾ, ਉੱਥੋਂ ਹੋਏ ਨੇ। ਤੁਹਾਡੇ ਜਿਹੜੇ ਬੇਟੇ ਗੁਰਤੀਜ ਸਾਹਿਬ ਨੇ ਇੱਥੇ ਸਵੀਡਨ ਹੁੰਦੇ ਨੇ, ਉਹਨਾਂ ਦਾ ਵੀ ਮੈਂ ਇੰਟਰਵਿਊ ਕੀਤਾ ਸੀ, ਉਹਨਾਂ ਵੀ ਇਹ ਗੱਲ ਦੱਸੀ ਮੈਨੂੰ। ਇਹ ਵੀ ਸੇਵਾ ਕਰਦੇ ਸੀਗੇ। ਮੈਂ ਸਰਵਿਸ ਕਰਦਾ, ਸੇਵਾ ਇਹ ਕਰਦੇ ਸੀਗੇ।
ਗੁਰਤੇਜ ਜੀ ਕਰਦੇ ਸੀ ਸੇਵਾ, ਤੇਜ ਕਰਦੇ ਸੀ। ਉਹਨਾਂ ਮੈਨੂੰ ਦੱਸਿਆ ਉਸ ਇੰਟਰਵਿਊ 'ਚ, ਔਰ ਉਹਦਾ ਲਿੰਕ ਜਿਹੜਾ ਨਾ ਇਸ ਵੀਡੀਓ ਦੇ ਮੈਂ ਆਖਰ 'ਚ ਦੇ ਦਾਂਗਾ, ਜਿਹੜੇ ਲੋਕ ਦੇਖਣਾ ਚਾਹੁੰਦੇ ਨੇ। ਗੁਰਤੇਜ ਸਾਹਿਬ ਨੇ ਬੜਾ ਅੱਛਾ ਜਿਹੜਾ ਨਾ ਉਹਨੂੰ ਬਿਆਨ ਕੀਤਾ, ਬਲਕਿ ਡਿਸਕ੍ਰਿਪਸ਼ਨ 'ਚ ਵੀ ਮੈਂ ਲਿੰਕ ਦਿਆਂਗਾ। ਅੱਛਾ, ਇਹ ਹੋ ਗਈ ਗੱਲ ਉੱਥੇ ਦੀ ਪੰਜਾਬ ਦੀ। ਹੁਣ ਤੁਸੀਂ ਪਹਿਲੀ ਵਾਰੀ ਆਏ ਹੋ ਯੂਰਪ 'ਚ, ਸਵੀਡਨ ਔਰ ਇਟਲੀ ਗਏ ਹੋ ਤੁਸੀਂ, ਔਰ ਫਿਨਲੈਂਡ ਗਏ ਹੋ। ਇਹਨਾਂ ਤਿੰਨਾਂ ਮੁਲਕਾਂ 'ਚ ਤੁਸੀਂ ਬਹੁਤ ਵਧੀਆ ਲੱਗਦਾ ਹੈ ਸਵੀਡਨ। ਵਧੀਆ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਮਿਲ ਜੁਲ ਕੇ ਰਹਿੰਦੇ ਨੇ, ਸਾਫ ਸਫਾਈ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਅੱਛਾ ਹਾਂ। ਅੱਛਾ, ਪਹਿਲੀ ਵਾਰੀ ਜਦੋਂ ਤੁਸੀਂ ਇੱਥੇ ਆਏ ਹੋ, ਪਹਿਲੀ ਵਾਰੀ ਆਉਂਦਿਆਂ ਤੁਹਾਨੂੰ ਕਿਹੜੀ ਚੀਜ਼ ਜਿਹੜੀ ਉਹ ਬੜੀ ਅਜੀਬ ਜਾਂ ਹੈਰਾਨ ਹੋਏ ਤੁਸੀਂ ਤੱਕ ਕੇ, ਜਾਂ ਮੈਨੂੰ ਚੰਗੀ ਲੱਗੀ? ਇਹਨਾਂ ਦੀ ਬੋਲਬਾਣੀ ਹੈ, ਜਿਹੜਾ ਬੋਲਣ ਦਾ ਭਰਾ ਵਾ, ਉਹ ਮੇਲ ਜੋਲ, ਸਾਫ ਸਫਾਈ, ਮੈਨੂੰ ਬੜਾ ਪਿਆਰੇ ਲੱਗਿਆ ਇਹਨਾਂ ਦਾ। ਇਸ ਤਰ੍ਹਾਂ ਰਹਿਣਾ ਚਾਹੀਦਾ ਬੰਦੇ ਨੂੰ। ਉਹ ਬੜੀ ਚੰਗੀ ਗੱਲ ਹੈ, ਵਾਕਈ ਤੁਸੀਂ ਸਹੀ ਆਖਿਆ। ਸਟਾਕਹੋਮ ਸ਼ਹਿਰ ਵੀ ਤੁਸੀਂ ਤੱਕਿਆ, ਤੁਹਾਨੂੰ ਸ਼ਹਿਰ ਕਿੰਜ ਦਾ ਲੱਗਾ? ਸ਼ਹਿਰ ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਲੱਗਾ ਤੁਹਾਨੂੰ? ਬਹੁਤ ਵਧੀਆ ਸ਼ਹਿਰ ਲੱਗਿਆ। ਲੇਕਿਨ ਸਾਡੇ ਚੰਡੀਗੜ੍ਹ ਤੋਂ ਅੱਗੇ ਆ। ਅੱਛਾ, ਚੰਡੀਗੜ੍ਹ ਪੰਜਾਬ ਦਾ ਕੈਪੀਟਲ ਹੈ, ਤੁਸੀਂ ਕਹਿੰਦੇ ਉਹਦੇ ਨਾਲ ਵੀ ਅੱਗੇ ਆ। ਵਾਹ ਜੀ ਵਾਹ। ਪੰਜਾਬ ਦੇ ਚੰਡੀਗੜ੍ਹ ਮੰਨਿਆ ਗਿਆ। ਅੱਛਾ ਜੀ ਜੀ। ਜਿਹੜੇ ਬੜੇ ਬੜੇ ਲੋਕ, ਅਮੀਰ ਲੋਕ ਆ ਜੀ, ਉੱਥੇ ਰਹਿੰਦੇ ਨੇ। ਠੀਕ ਹੈ, ਸਹੀ ਹੈ। ਲੇਕਿਨ ਉਹਨਾਂ ਤੋਂ ਅੱਗੇ ਆ। ਵਾਹ ਜੀ ਵਾਹ, ਕੀ ਬਾਤ ਹੈ ਤੁਹਾਡੀ ਜੀ। ਅੱਛਾ, ਫਿਰ ਤੁਸੀਂ ਇਟਲੀ ਵੀ ਗਏ ਹੋ, ਤੇ ਇਟਲੀ ਤੁਹਾਨੂੰ ਕਿੰਝ ਦਾ ਲੱਗਾ? ਇਹ ਉਹਦੀ ਵੀ ਸੈਰ ਕਰਕੇ ਆਏ, ਇਟਲੀ ਤਾਂ ਦੱਸੋ। ਇਟਲੀ ਤਾਂ ਪੰਜਾਬ ਨਾਲ ਦਾ ਹੈ ਜੀ। ਅੱਛਾ, ਜਿੱਦਾਂ ਪੰਜਾਬ ਉਹੀ ਸੇਮ ਇਟਲੀ ਹੈ, ਸੇਮ ਚੀਜ਼ ਹੈ। ਵਾਹ, ਜ਼ਬਰਦਸਤ। ਖੇਤੀਬਾੜੀ, ਡੰਗਰਾਂ ਦਾ ਕੰਮ ਜੀ, ਹੈ। ਹਾਂ, ਉਹ ਬਿਨਾਂ ਕਾਨੂੰਨ ਤੋਂ ਹੀ ਤੁਰੇ ਫਿਰਨਾ, ਇੱਧਰ ਨੂੰ ਜਾਓ, ਇੱਧਰ ਚਲੇ ਜਾਓ, ਕੋਈ ਪੁੱਛ ਗਿੱਛ ਨਹੀਂ। ਕੋਈ ਬੰਦੇ ਨਹੀਂ ਜੇਕਰ ਪੰਜਾਬ 'ਚ, ਇੰਡੀਆ 'ਚ ਇੱਦਾਂ ਹੀ ਆ। ਵਾਹ ਜੀ ਵਾਹ। ਅੱਛਾ, ਇੱਥੇ ਆ ਕੇ ਤੁਸੀਂ ਉਹ ਆਪਣਾ ਕਰੂਜ਼ ਤੇ ਵੀ ਗਏ, ਜਿਹੜਾ ਬਹਿਰੀ ਜਹਾਜ਼ ਹੁੰਦਾ ਸਮੁੰਦਰ ਤੇ ਤੁਸੀਂ ਸਫ਼ਰ ਵੀ ਕੀਤਾ, ਜਿਹੜਾ ਫਿਨਲੈਂਡ ਨੂੰ ਜਾਂਦਾ, ਉਹ ਤੁਹਾਨੂੰ ਕਿਹਦਾ ਲੱਗਾ? ਬਹੁਤ ਵਧੀਆ ਲੱਗਿਆ, ਜੋ ਪਹਿਲੀ ਵਾਰ ਦੇਖਿਆ ਮੈਂ। ਪਹਿਲੀ ਵਾਰ ਦੇਖਿਆ? ਬਹੁਤ ਵਧੀਆ ਲੱਗਿਆ। ਮੇਲੇ ਵਾਲਾ ਕੰਮ ਸੀ। ਮੇਲੇ ਵਾਲਾ ਕੰਮ। ਵਾਹ। ਹੁਣ ਮੇਲਾ ਲੱਗਿਆ ਦੋ ਹੀ ਸੇ। ਇਹਦਾ ਮਤਲਬ ਤੁਸੀਂ ਇਹ ਜਿਹੜਾ ਆ ਕੇ ਯੂਰਪ ਦਾ ਤੁਹਾਡਾ ਪਹਿਲਾ ਸਫ਼ਰ ਹੈ, ਸਵੀਡਨ ਦਾ ਵੀ, ਇਟਲੀ ਦਾ ਵੀ, ਫਿਨਲੈਂਡ ਦਾ, ਤੁਹਾਨੂੰ ਬਹੁਤ ਮਜ਼ਾ। ਮੌਸਮ ਵੀ ਅੱਜ ਕੱਲ੍ਹ ਚੰਗਾ, ਗਰਮੀ ਨਹੀਂ ਇੰਨੀ ਹੈ, ਮੌਸਮ ਵੀ ਮੌਸਮ ਠੰਡਾ ਹੈ ਜੀ, ਗਰਮੀ ਹੈ ਨਹੀਂ। ਸਾਡੇ ਤਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਸ ਟਾਈਮ ਅੱਗ ਵਰਸਦੀ ਹੈ। ਇਹ ਤੇ ਹੈ। ਇਹ ਕੱਪੜੇ ਪਾ ਕੇ ਨਹੀਂ ਅੰਦਰ ਬੈਠ ਸਕਦੇ, ਜ਼ਬਰਦਸਤ। ਏਸੀ ਤੋਂ ਬਿਨਾਂ ਨਹੀਂ ਬੈਠ ਸਕਦੇ। ਲਓ ਜੀ, ਬਹੁਤ ਮਜ਼ਾ ਆਇਆ। ਬਿਜਲੀ ਦੇ ਕੱਟ ਇੰਨੇ ਲੱਗਦੇ ਆ, ਘੰਟੇ ਬਾਅਦ ਕੱਟ, ਬਿਜਲੀ ਆਉਂਦੀ ਹੋਣੀ ਹੈ। ਵਾਹ ਜੀ ਵਾਹ। ਹੁਣ ਤੁਹਾਡੀ ਗੱਲਬਾਤ ਬਹੁਤ ਸਾਰੇ ਲੋਕ ਸੁਣ ਰਹੇ ਹੋਣਗੇ ਪੰਜਾਬ ਦੇ, ਉਹ ਯੂਰਪ 'ਚ ਵੀ, ਸਵੀਡਨ 'ਚ ਵੀ, ਇੰਡੀਆ 'ਚ ਵੀ, ਪਾਕਿਸਤਾਨ, ਪਤਾ ਨਹੀਂ ਕੈਨੇਡਾ, ਕਿਤੇ ਕਿਤੇ ਸੁਣ ਰਹੇ ਹੋਣਗੇ। ਉਹਨਾਂ ਨੂੰ ਤੁਸੀਂ ਕੋਈ ਗੱਲ ਕਹਿਣਾ ਚਾਹੋ, ਕੋਈ ਮਸ਼ਵਰਾ ਦੇਣਾ ਚਾਹੋ, ਕੀ ਕਹਿਣਾ ਚਾਹੋਗੇ? ਜਿਹੜੇ ਪਿੰਡਾਂ ਦੇ ਰਹਿ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਤੋਂ ਅਸੀਂ ਇਹੀ ਕਹਿੰਦੇ ਹਾਂ, ਭਾਈ ਜੇ ਮਿਹਨਤ ਤੁਸੀਂ ਇਟਲੀ ਵਾਲੀ ਕਰਨੀ, ਆਪਣੇ ਘਰ ਮਿਹਨਤ ਕਰੋ, ਉਹਦੇ ਵਿੱਚ ਵਧੀਆ। ਜੀ ਜੀ, ਠੀਕ ਨਹੀਂ? ਸਰਕਾਰੀ ਨੌਕਰੀ ਇਟਲੀ 'ਚ ਮਿਲਣੀ ਹੈ ਨਹੀਂ, ਉਹ ਤਾਂ ਭੁੱਲ ਜਾਓ। ਸਹੀ ਹੈ। ਜੇ ਤੁਸੀਂ ਉਹੀ ਜਾ ਕੇ ਝਾੜੂ ਪੋਚੇ ਦਾ ਕੰਮ ਕਰਨਾ, ਆਪਣੇ ਘਰ ਮਿਹਨਤ ਕਰੋ ਜੀ। ਬੰਦਾ ਮਿਹਨਤ ਕਰਕੇ ਜਿੱਥੇ ਮਰਜ਼ੀ ਰਹਿ ਸਕਦਾ, ਕਾਮਯਾਬ ਹੋ ਸਕਦਾ। ਵਾਹ, ਇਹ ਬਹੁਤ ਅੱਛਾ ਮਸ਼ਵਰਾ ਤੁਹਾਡਾ। ਅੱਛਾ, ਦੂਸਰੀ ਇਹ ਗੱਲ ਦੱਸੋ ਕਿ ਪੰਜਾਬੀ ਹੁਣ ਪੂਰੀ ਦੁਨੀਆ 'ਚ ਫੈਲਦੇ ਜਾ ਰਹੇ ਨੇ, ਸਾਰੇ ਜਿਨ੍ਹਾਂ ਮੁਲਕਾਂ 'ਚ ਜਾਂਦੇ ਨੇ, ਉੱਥੇ ਦੀਆਂ ਬੋਲੀਆਂ, ਉਹਨਾਂ ਦੇ ਬੱਚੇ ਜਿਹੜੇ ਉੱਥੇ ਪੈਦਾ ਹੁੰਦੇ ਨੇ, ਤੁਹਾਡੇ ਹੁਣ ਜਿਹੜੇ ਪੋਤਰੇ ਨੇ ਇਹ ਸਵੀਡਿਸ਼ ਜ਼ਬਾਨ ਹੀ ਬੋਲਦੇ ਨੇ, ਇਟਲੀ ਵਾਲੇ ਉੱਥੇ ਦੀ ਬੋਲਦੇ ਨੇ, ਤੁਹਾਡੇ ਰਿਸ਼ਤੇਦਾਰ ਉੱਥੇ ਤੁਸੀਂ ਗਏ ਹੋ। ਇਹ ਜਿਹੜੇ ਇੱਥੇ ਮਾਂ ਪਿਓ ਰਹਿ ਰਹੇ ਨੇ, ਇਹਨਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਜਾਂ ਆਪਣਾ ਜਿਹੜਾ ਰਹਿਣ ਸਹਿਣ ਸੀ, ਰੀਤੀ ਰਿਵਾਜ, ਇਹਨੂੰ ਰੱਖਣ ਵਾਸਤੇ, ਜ਼ਿੰਦਾ ਰੱਖਣ ਲਈ, ਬਚਾਉਣ ਲਈ ਕੀ ਕਰਨਾ ਚਾਹੀਦਾ? ਜਿਹੜੀ ਪੰਜਾਬੀ ਬੋਲੀ ਆ ਜੀ, ਉਹ ਠੀਕ ਆ, ਪੰਜਾਬ ਦੇ ਵਿੱਚ ਚੱਲਦੀ ਆ, ਲੇਕਿਨ ਪੰਜਾਬੀ ਬੋਲੀ ਨੂੰ ਜ਼ਿਆਦਾ ਉਹੀ ਮੰਨਦੇ ਨੇ ਚੰਗਾ ਜਿਹੜੇ ਬੰਦੇ ਪੰਜਾਬ ਤੋਂ ਉੱਥੇ ਰਹਿ ਰਹੇ ਨੇ, ਬਾਹਰ ਨਹੀਂ ਨਿਕਲਣਾ ਜੀ। ਜਿਹੜੇ ਬੰਦਿਆਂ ਨੇ ਸਾਰੇ ਘੁੰਮਣਾ ਜਾਂ ਸਰਵਿਸ ਕਰਨੀ ਆ, ਦੂਜੀਆਂ ਸਟੇਟਾਂ ਜਾਣਾ, ਦੂਜੇ ਦੇਸ਼ਾਂ ਜਾਣਾ, ਉਹਨੂੰ ਪੰਜਾਬੀ ਨਹੀਂ ਬਾਰਾ ਖਾਂਦੀ, ਪੰਜਾਬੀ ਬਾਰਾ ਨਹੀਂ ਖਾਂਦੀ। ਉਹਨੂੰ ਤਾਂ ਹਿੰਦੀ ਵੀ ਨਹੀਂ ਬਾਰਾ ਖਾਂਦੀ, ਉਹ ਤਾਂ ਇੰਗਲਿਸ਼ ਚੱਲਦੀ ਆ। ਵਾਹ ਵਾਹ, ਬੋਲੀ ਹੈ, ਠੀਕ ਨਹੀਂ ਜੀ? ਇਹ ਠੀਕ ਹੈ, ਲੇਕਿਨ ਇਹ ਆਪਣੇ ਬੱਚਿਆਂ ਨਾਲ ਉਹ ਪੰਜਾਬੀ ਬੋਲਦੇ ਰਹਿਣ ਜਾਂ ਆਪਣਾ ਉਹਨਾਂ ਨੂੰ ਰੀਤੀ ਰਿਵਾਜ ਦੱਸਦੇ ਰਹਿਣ, ਤਾਂ ਕਿ ਉਹ ਵੀ ਰਵੇ, ਤਾਂ ਕਿ ਉਹਦੇ ਨਾਲ ਇਹ ਚੀਜ਼ਾਂ ਵੀ ਜ਼ਰੂਰੀ ਨੇ। ਅੱਛਾ, ਇਹ ਤੁਸੀਂ ਦੱਸੋ, ਤੁਹਾਡੀ ਹੁਣ ਤਕਰੀਬਨ ਜਿਹੜੀ ਹੈ 72 ਏਜ, 72 ਸਾਲ ਦੇ ਕਰੀਬ, ਤੁਸੀਂ ਜਿਹੜੀ ਉਮਰ ਜ਼ਿੰਦਗੀ ਗੁਜ਼ਾਰੀ ਹੈ, ਅਗਰ ਤੁਸੀਂ ਪਿੱਛੇ ਦੇਖੋ ਮੁੜ ਕੇ, ਤੇ ਕੈਸੀ ਲੱਗਦੀ ਹੈ? ਤੁਸੀਂ ਖੁਸ਼ ਹੋ ਆਪਣੀ ਜ਼ਿੰਦਗੀ ਅੱਗੇ ਨਾਲ? ਜਿਹੜੀ ਅੱਜ ਕੱਲ੍ਹ ਦਾ ਬੜਾ ਫਰਕ ਆ ਜੀ।
ਪਹਿਲੀ ਜ਼ਮਾਨੇ ਸੇ ਕੋਈ ਆਉਣ ਜਾਣ ਦਾ ਸਾਧਨ ਹੈ ਸੀ। ਅਸੀਂ 10 ਜਮਾਤਾਂ ਕੀਤੀਆਂ, ਪਹਿਲੇ ਕੀਤੇ 3 ਕਿਲੋਮੀਟਰ ਸਕੂਲ ਸੀਗਾ, 4 ਕਿਲੋਮੀਟਰ ਜੀ। ਤੁਰ ਕੇ ਜਾਣਾ, ਚਾਹੇ ਸਰਦੀ ਆ ਤੇ ਚਾਹੇ ਗਰਮੀ ਆ, ਤੁਰ ਕੇ ਹੀ ਜਾਣਾ। ਜੀ। ਕੋਈ ਸੜਕ ਨਹੀਂ, ਕੋਈ ਰਸਤਾ ਨਹੀਂ, ਵਿੱਚ ਬੜੇ ਖੇਤਾਂ ਦੇ ਜਾਣਾ, ਫਸਲਾਂ ਦੇ ਵਿੱਚ। ਹਾਂ, ਅੱਛਾ ਅੱਛਾ ਅੱਛਾ। ਤੇ ਅੱਜ ਕੱਲ੍ਹ ਹੁਣ ਤੇ ਮਤਲਬ ਜ਼ਾਹਿਰ ਚੀਜ਼ਾਂ ਬਦਲ ਗਈਆਂ। ਚੌਲੇ ਲਾਉਣੇ ਪਿੱਠ ਤੇ ਅੱਛਾ ਤੇ ਭੱਜੇ ਜਾਓ ਉਧਰ ਸਕੂਲ ਦਾ ਟਾਈਮ ਹੋਣਾ, ਮਾਸਟਰ ਡਾਂਗ ਚੱਕੀ ਗੜਾ। ਅੱਛਾ, ਮਾਰਦੇ ਸਨ ਮਾਸਟਰ ਉਸ ਬਣੇ? ਪਹਿਲਾਂ ਤਾਂ ਸਾਡੇ ਤਾਂ ਕੁੱਟਦੇ ਬੜੇ ਸੀ। ਅੱਜ ਕੱਲ੍ਹ ਤਾਂ ਸਕੂਲ 'ਚ ਤੇ ਉਂਗਲੀ ਨਹੀਂ ਲਾਦਾ ਕੋਈ। ਨਹੀਂ, ਕੁੱਟਦੇ ਕਿਉਂ? ਕਿਸ ਗੱਲ ਤੋਂ ਕੁੱਟਦੇ ਸੀ? ਕੁੱਟਦੇ ਸਕੂਲ ਤੇ ਲੇਟ ਕਿਉਂ ਆਇਆ? ਅੱਛਾ। ਤੁਹਾਨੂੰ ਵੀ ਕਦੀ ਮਾਰ ਪਈ ਸੀ ਸਕੂਲ 'ਚ? ਹੈ ਜੀ। ਮਾਸਟਰ ਬੜੇ ਕੁੱਟਦੇ ਸੀ। ਅੱਛਾ, ਬਹੁਤ ਕੁੱਟਦੇ। ਉਦੋਂ ਪੜ੍ਹਾਈ ਵੀ 1 ਨੰਬਰ ਸੀਗੀ। ਅੱਛਾ, ਪੜ੍ਹਾਈ ਸਹੀ ਅੱਜ ਸੀ? ਕੱਲ੍ਹ ਉਹ ਪੜ੍ਹਾਈ ਹੈ ਨਹੀਂ ਗੀ। ਅੱਛਾ, ਹਾਂ। ਇਹ ਪਰ ਇਹ ਮੈਂ ਜ਼ਰੂਰ ਕਹਾਂ, ਨਹੀਂ, ਬਹੁਤਾ ਫਰਕ ਕੀ ਲੱਗਦਾ ਤੁਹਾਨੂੰ ਪੜ੍ਹਾਈ 'ਚ? ਹਾਂਜੀ। ਪੜ੍ਹਾਈ 'ਚ ਫਰਕ ਇਹ ਹੈ, ਕੋਈ ਮਾਸਟਰ ਘੂਰਦਾ ਹੀ ਨਹੀਂ, ਬੱਚੇ ਮੰਨਦੇ ਹੀ ਨਹੀਂ। ਅੱਛਾ, ਤੁਹਾਡਾ ਜਿਹੜੇ ਪਰਿਵਾਰ ਦੇ ਵਿੱਚ ਮਾਂ ਬਾਪ ਸਟਿਕ ਨੇ, ਉਹ ਬੱਚੇ ਆਪਣੇ ਆਪ ਸਿੱਧੇ ਚੱਲਣਗੇ। ਹਾਂ, ਬਿਲਕੁਲ ਠੀਕ। ਜਦੋਂ ਮਾਂ ਬਾਪ ਠੀਕ ਨਹੀਂ ਹੈ, ਬੱਚੇ ਨੇ ਠੀਕ ਨਹੀਂ ਹੋਣਾ। ਜੋ ਵਾਹ ਜੀ ਵਾਹ, ਜ਼ਬਰਦਸਤ। ਟੀਚਰ ਕਿਉਂ ਨਹੀਂ ਹੱਥ ਲਾਉਂਦਾ ਬੱਚੇ ਨੂੰ? ਜੀ। ਉਹਨੇ ਕੰਪਲੇਂਟ ਕਰ ਦੇਣੀ ਹੈ, ਜਾ ਕੇ ਵੀ ਰੋਏਗਾ, 4 ਗੱਲਾਂ ਹੋ ਲਾਏਗਾ ਨਾ। ਇਕੱਠੇ ਹੋਣਾ ਲੋਕਾਂ ਨੇ, ਜਿਹਨੇ ਪੜ੍ਹਿਆ ਉਹ ਵੀ, ਨਾ ਪੜ੍ਹਿਆ ਉਹ ਵੀ, ਮਾਸਟਰ ਤੇ ਮਗਰ ਪੈ ਜਾਣਾ। ਇਹ ਫਰਕ ਉਹ ਹੈ। ਮਾਸਟਰ ਵਿਚਾਰਾ ਹੱਥ ਬੰਨੇਗਾ ਜੀ। ਬਿਲਕੁਲ ਉਹ ਸਹੀ। ਹਾਂ, ਉਹ ਕਹਿੰਦਾ ਹੀ ਨਹੀਂ ਬੱਚੇ ਨੂੰ ਪੜ੍ਹਨਾ ਨਹੀਂ ਪੜ੍ਹਨਾ, ਬੈਠ ਜਾ ਇੱਥੇ, ਵਾਹ ਜੀ ਵਾਹ, ਤਨਖਾਹ ਮਿਲਣੀ ਆ। ਵਾਹ ਜੀ ਵਾਹ, ਬਹੁਤ ਜ਼ਬਰਦਸਤ। ਸਖਤਾਈ ਬਿਨਾਂ ਬੱਚਾ ਸਿੱਖਦਾ ਨਹੀਂ। ਬੇਸ਼ੱਕ ਸਵੀਡਨ ਦਾ ਵੀ ਹੈ ਜੀ, ਬਈ ਬੱਚੇ ਨੂੰ ਕੁਝ ਕਹਿਣਾ ਨਹੀਂ। ਹੁਣ ਸਾਰਿਆਂ ਨੂੰ ਪਤਾ ਜੀ, ਇਹ ਬੱਚਿਆਂ ਦੀਆਂ ਆਦਤਾਂ ਵੀ ਵਿਗੜਦੀਆਂ ਨਾਲ। ਪਰ ਡਿਸਪਲਿਨ ਵੀ ਹੋਣਾ ਚਾਹੀਦਾ। ਇਹ ਵੀ ਗੱਲ। ਡਿਸਪਲਿਨ 'ਚ ਨਹੀਂ ਰਹਿੰਦਾ ਬੱਚਾ। ਇਹ ਹੁਣ ਗੱਲ ਸਾਡੇ ਜਿਹੜੇ, ਮੇਰੀ 70 ਸਾਲ ਦੀ ਉਮਰ ਹੋ ਗਈ ਆ, ਜੀ। ਸਾਡੇ ਜਿਹੜੇ ਮਾਂ-ਬਾਪ ਸੀ, ਮੈਂ ਆਪਣੀ ਮਾਂ-ਬਾਪ ਤੋਂ ਅੱਜ ਵੀ ਡਰਨਾ, ਹਲਕੇ ਹੈ ਨਹੀਂ ਉਹ। ਇਹ ਗੱਲ ਹੈ, ਇਹ ਠੀਕ। ਇਹ ਚੀਜ਼ਾਂ ਅੱਜ ਕੱਲ੍ਹ ਤਾਂ ਪਾਣੀ ਨਹੀਂ ਬਣਾਉਂਦਾ ਕੋਈ। ਯਾਨੀ ਇਹ ਤੁਸੀਂ ਜਿਹੜੇ ਪੁਰਾਣੇ ਰਿਵਾਜ ਸਨ ਜਾਂ ਇੱਕ ਦੂਜੇ ਉਹ ਦਾ, ਬੜੇ ਵਧੀਆ ਵੀ ਸੀਗੇ, ਲੇਕਿਨ ਘਾਟ ਇਹ ਸੀਗੇ ਉਹਨਾਂ ਦਾ ਕੋਈ ਬੰਦੋਬਸਤ ਹੈ ਨਾ। ਬਹੁਤ ਬਿਲਕੁਲ ਸਹੀ ਪੜ੍ਹਦੇ ਕਿ ਸਾਡੇ ਫਾਦਰ ਸਾਹਿਬ +2 ਕੀਤੀ ਸੀਗੀ ਜੀ। ਉਹਦੇ ਮੂਹਰੇ ਜਿਹੜੇ MA ਵਾਲੇ ਖੜਦੇ ਨਾ ਸੋ ਕੋਈ। ਬਹੁਤ ਜ਼ਬਰਦਸਤ। ਇੰਗਲਿਸ਼ 'ਚ ਬੋਲਦਾ ਸੀ ਉਹ। ਵਾਹ ਜੀ ਵਾਹ। ਔਰ ਜਦ ਉਹਨੇ ਜਾਣਾ ਕਿਸੇ ਨੂੰ ਦੇਖਣਾ, ਉਹ ਸਵਾਲ ਜਵਾਬ ਕਰਦਾ ਸੀਗਾ। ਉਹ ਜਿਹੜਾ MA ਪੜ੍ਹਿਆ ਵਾਲਾ ਦੇਖਿਆ ਵੀ ਉਹ ਬੈਠਾ, ਉਹਨੇ ਦੇਖ ਕੇ ਪਿੱਛੇ ਹੀ ਮੁੜ ਜਾਣਾ, ਉਹਦੇ ਛੇੜਨਾ। ਲਓ ਜੀ, ਬੜੀਆਂ ਜ਼ਬਰਦਸਤ ਗੱਲਾਂ ਕੀਤੀਆਂ ਨੇ ਜੀ ਨਾ। ਤੇ ਮੈਂ ਹੁਣ ਚਾਹਾਂਗਾ ਕਿ ਜਿਹੜੇ ਵੇਖ ਰਹੇ ਨੇ ਇੰਟਰਵਿਊ, ਇਹ ਪਹਿਲੇ ਦੱਸੋ ਤੁਸੀਂ ਕਿਹੜੀ ਜਗ੍ਹਾ ਦੇਖ ਰਹੇ ਹੋ? ਸਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਇੰਟਰਵਿਊ ਦੁਨੀਆ ਦੇ ਕਿਹੜੀ ਜਗ੍ਹਾ 'ਚ ਲੋਕਾਂ ਨੇ ਦੇਖਿਆ, ਔਰ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਗੱਲਬਾਤ ਕੈਸੀ ਲੱਗੀ। ਤੁਸੀਂ ਇਹਦੇ 'ਚ ਇਹਨਾਂ ਦੀ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਬਾਰੇ 'ਚ ਆਪਣੀ ਰਾਏ ਵੀ ਦੇ ਸਕਦੇ ਹੋ। ਹੋਰ ਵੀ ਇਸ ਤਰ੍ਹਾਂ ਦੇ ਮਜ਼ੇ ਦੇ ਇੰਟਰਵਿਊ ਗੱਲਬਾਤ ਤੁਹਾਨੂੰ ਇਸ ਚੈਨਲ ਤੋਂ ਮਿਲਦੇ ਰਹਿਣਗੇ, ਅਗਰ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਲੋਗੇ। ਹੁਣ ਬਿਲਕੁਲ ਆਖਰ ਤੇ ਕੋਈ ਹੋਰ ਐਸੀ ਕੋਈ ਖਾਸ ਗੱਲ ਤੁਸੀਂ ਕਹਿਣਾ ਚਾਹੋ ਤੇ ਸਭ ਲੋਕ ਤੁਹਾਨੂੰ ਦੇਖ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ। ਅਸੀਂ ਤਾਂ ਇਹ ਕਹਿੰਦੇ ਭਾਈ, ਆਪਣੀ ਮਿਹਨਤ ਕਰੋ। ਸਭ ਤੋਂ ਵਧੀਆ ਕਿ ਪਰਮਾਤਮਾ ਨੂੰ ਮੰਨੋ, ਮਿਹਨਤ ਕਰੋ, ਜੇ ਪਾਸ ਹੋਣਾ। ਨਹੀਂ, ਨਾ ਤਾਂ ਕਿਸੇ ਪੜ੍ਹਾਈ ਨੇ ਕੁਛ ਕਰਨਾ, ਨਾ ਤੁਹਾਡਾ ਪੈਸੇ ਨੇ ਕੰਮ ਨਹੀਂ ਆਉਣਾ ਹੈਗਾ। ਕੰਮ ਸਿਰ ਉਹ ਮਾਲਕ ਨੇ, ਉਹਨੂੰ ਚਰਨੀ ਲੱਗੂਗਾ, ਉਹਨੇ ਦੇਣਾ ਜੋ ਦੇਣਾ। ਵਾਹ ਜੀ ਮੈਂ ਤੁਹਾਨੂੰ ਆਪਣੀ ਬੀਤੀ ਦੱਸ ਰਿਹਾ, ਵਾਹ ਜੋ ਜੀ। ਮੈਨੂੰ ਹੈ। ਜੇ ਉਹ ਕਹਿੰਦੇ ਰੂਹਾਨੀਅਤ ਕਿਸੇ ਦੇ ਸਾਹਮਣੇ ਨਹੀਂ ਆਉਂਦੀ। ਜੀ ਜੀ। ਜਿਹੜੇ ਬੰਦੇ ਮੂਰਖ ਆ ਉਹ ਕਹਿੰਦੇ ਨੇ ਲੈ ਮੈਨੂੰ ਦਿਖਾ ਕਿੱਥੇ ਆ। ਜੀ ਜੀ। ਪਿੱਛੇ ਤੇ ਵੀ ਸ਼ੁਰੂ ਤੋਂ ਚੱਲਦਾ ਆਈਆਂ, ਪਿੱਛੇ ਦੇ ਜਿਹੜੇ ਰਾਜੇ ਮਹਾਰਾਜੇ ਸੀਗੇ ਜੀ। ਇੱਕ ਬੰਦਾ ਤੁਸੀਂ ਰੱਬ ਕਰ ਰਹੇ ਹੋ, ਤੁਹਾਡੀ ਪਰਮਾਤਮਾ ਨਾਲ ਲਾਈਨ ਲੱਗੀ ਆ ਜੀ, ਮਨ ਜੁੜਿਆ ਹੋਇਆ। ਹਾਂਜੀ, ਤੁਸੀਂ ਆਪਣਾ ਉਹਨੂੰ ਧਿਆ ਰਹੇ ਆ, ਲੇਕਿਨ ਜਿਹੜੇ ਉਹੋ ਜਿਹੇ ਹੁੰਦੇ ਆ ਬੇਵਕੂਫ ਡੰਗਰ ਲੋਕ ਜੀ, ਉਹ ਕਹਿੰਦੇ ਨੇ ਤੂੰ ਰੱਬ ਕਰੀ ਜਾਣਾ, ਮੈਨੂੰ ਦਿਖਾ ਕਿੱਥੇ ਆ ਰੱਬ। ਹਾਂ ਬਿਲਕੁਲ ਇਹ ਗੱਲ। ਝਗੜੇ ਪਿੱਛੇ ਤੋਂ ਇਹੀ ਚੱਲਦੇ ਆ ਰਹੇ ਆ। ਵਾਹ ਜੀ, ਬਹੁਤ ਜ਼ਬਰਦਸਤ ਤੁਸੀਂ ਗੱਲ ਕੀਤੀ ਹੈ। ਤੇ ਇਹਨਾਂ ਦੀ ਇਸ ਬਹੁਤ ਜ਼ਬਰਦਸਤ ਗੱਲ ਦੇ ਨਾਲ ਹੀ ਅੱਜ ਦੀ ਇਸ ਗੱਲਬਾਤ ਨੂੰ ਅਸੀਂ ਖਤਮ ਕਰਨੇ ਆ। ਤੁਹਾਡੇ ਕੋਲੋਂ ਇਜਾਜ਼ਤ ਰਹਿੰਦੇ ਆ। ਤੇ ਜਿਸ ਤਰ੍ਹਾਂ ਮੈਂ ਕਿਹਾ ਜੀ ਕਿ ਤੁਸੀਂ ਆਪਣੀ ਰਾਏ ਜ਼ਰੂਰ ਦੱਸਣਾ। ਤੇ ਤੁਹਾਡਾ ਬਹੁਤ ਸ਼ੁਕਰੀਆ ਤੇ ਸਾਰਿਆਂ ਦਾ ਜਿੰਨਾ ਰੱਬ ਰੱਖਾ।